हेलो दोस्तों, मोस्ट वेलकम साइंस ਦੇ ਕੋਰ ਲੈਕਚਰ ਦੇ ਵਿੱਚ। ਤਾਂ ਅੱਜ ਆਪਣਾ 5th ਲੈਕਚਰ ਹੈਗਾ ਸਾਇੰਸ ਦਾ। ਠੀਕ ਹੈ, ਤਾਂ ਆਪਣਾ ਲੈਕਚਰ ਜਿਹੜਾ 5th ਹੈਗਾ ਇਹਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ ਆਪਣਾ ਚੈਪਟਰ ਚੱਲ ਰਿਹਾ ਫੰਡਾਮੈਂਟਲ ਯੂਨਿਟ ਆਫ ਲਾਈਫ। ਇਹਦੇ ਵਿੱਚ ਕੀ ਕਰ ਚੁੱਕੇ ਆਪਾਂ? ਸੈੱਲ ਦੀ ਡੈਫੀਨੇਸ਼ਨ ਕਰ ਚੁੱਕੇ ਹਾਂ, ਸੈੱਲ ਦੇ ਜਿਹੜੀ ਡਿਸਕਵਰੀਆਂ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਕੀ ਕੀਤਾ ਸੀ ਪਾਰਟਸ ਦੇ ਵਿੱਚ? ਸੈੱਲ ਤੇ ਪਲਾਜ਼ਮਾ ਮੈਮਬ੍ਰੇਨ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਕੀ ਕੀਤਾ ਸੀਗਾ? ਡਿਫਿਊਜ਼ਨ ਵੀ ਕਰ ਚੁੱਕੇ ਆ। ਕਲੀਅਰ ਹੈ ਨਾ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਕਰ ਚੁੱਕੇ ਆ ਇਹਦੇ ਵਿੱਚ। ਹੁਣ ਡਿਫਿਊਜ਼ਨ ਤੋਂ ਅੱਗੇ ਆਪਾਂ ਕੀ ਕਰਨਾ? ਡਿਫਿਊਜ਼ਨ ਤੋਂ ਅੱਗੇ ਅੱਜ ਆਪਾਂ ਪੜ੍ਹਨਾ ਓਸਮੋਸਿਸ। ਓਸਮੋਸਿਸ ਪੜ੍ਹਨਾ। ਹੁਣ ਇਹ ਓਸਮੋਸਿਸ ਕੀ ਹੈ, ਇਸ ਬਾਰੇ ਆਪਾਂ ਜਾਣਕਾਰੀ ਲੈਣ ਤੋਂ ਪਹਿਲਾਂ SC ਨੰਬਰ ਜਿਹੜੇ ਬੱਚਿਆਂ ਨੇ ਅਪਲਾਈ ਨਹੀਂ ਕੀਤਾ ਤਾਂ ਅਪਲਾਈ ਕਰ ਦਿਓ, ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਨਵੀਆਂ ਤੁਹਾਨੂੰ ਕਹਿ ਲਓ ਕਿ ਖਿਜਾ ਟਿਊਸ਼ਨ ਚੈਨਲ ਤੇ ਜਾਂ ਖਿਜਾ ਟਿਊਸ਼ਨ ਫੈਮਿਲੀ ਦੇ ਵਿੱਚ ਗਰੁੱਪਸ ਦੇ ਵਿੱਚ ਮਿਲਣ ਵਾਲੀਆਂ ਤੁਹਾਨੂੰ। ਤਾਂ SC ਨੰਬਰ ਲਈ ਜ਼ਰੂਰ ਅਪਲਾਈ ਕਰ ਦਿਓ। ਜਿਹਨਾਂ ਨੂੰ ਨਹੀਂ ਪਤਾ ਤਾਂ ਉਹ ਗਰੁੱਪ ਦੇ ਵਿੱਚ ਆ ਕੇ ਪੁੱਛ ਸਕਦੇ ਹੋ ਸਾਰੀ ਚੀਜ਼। ਚਲੋ ਸ਼ੁਰੂ ਕਰਦੇ ਹਾਂ ਆਪਾਂ ਬਿਨਾਂ ਟਾਈਮ ਵੇਸਟ ਕੀਤੇ। ਹੁਣ ਤਾਂ ਸਲਾਈਡ ਸੈੱਟ ਕਰ ਲੈਣਾ ਉਦੋਂ ਮੈਂ। ਤਾਂ ਹੁਣ ਓਸਮੋਸਿਸ ਕਰਨਾ ਆਪਾਂ। ਠੀਕ ਹੈ, ਓਸਮੋਸਿਸ ਦੇ ਵਿੱਚ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਤਾਂ ਉਹੀ ਸੇਮ ਪ੍ਰੋਸੈਸ ਹੁੰਦਾ ਜਿਹੜਾ ਕਿ ਡਿਫਿਊਜ਼ਨ ਦੇ ਵਿੱਚ ਹੁੰਦਾ। ਹੁਣ ਡਿਫਿਊਜ਼ਨ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਤਾਂ ਲਾਸਟ ਚੈਪਟਰ ਜਿਹੜਾ ਉਹ ਦੇਖ ਸਕਦੇ ਹੋ। ਠੀਕ ਹੈ, ਹੁਣ ਸੇਮ ਇਹਦੇ ਚ ਕੀ ਹੁੰਦਾ ਸੀ? ਹਾਈ ਜਿਹੜਾ ਕਨਸੈਂਟਰੇਸ਼ਨ ਤੋਂ ਲੋ ਕਨਸੈਂਟਰੇਸ਼ਨ ਵਾਲੇ ਮੋਲੀਕਿਊਲ ਜਾਂਦੇ ਸੀਗੇ, ਕਿਉਂਕਿ ਉਹ ਮੋਲੀਕਿਊਲਸ ਦੀ ਆਦਤ ਸੀਗੀ। ਠੀਕ ਹੈ, ਜਾਂ ਨੇਚਰ ਕਹਿ ਲਓ ਉਹਨਾਂ ਦਾ। ਹੁਣ ਅੱਗੋਂ ਓਸਮੋਸਿਸ ਵੀ ਇਹ ਸੇਮ ਪ੍ਰੋਸੈਸ ਕਰਦਾ, ਪਰ ਓਸਮੋਸਿਸ ਦੇ ਵਿੱਚ ਡਿਫਰੈਂਸ ਕੀ ਹੈ? ਇਹਦੇ ਵਿੱਚ ਕੀ ਸੀ? ਡਿਫਿਊਜ਼ਨ ਦੇ ਵਿੱਚ ਗੈਸਿਸ ਸੀਗੀਆਂ ਜਿਹੜੀਆਂ ਸਟਰੋਂਗ ਸੀ ਸਭ ਤੋਂ ਓਸਮੋਸਿਸ ਕਰਨ ਦੇ ਡਿਫਿਊਜ਼ਨ ਕਰਨ ਦੇ ਵਿੱਚ। ਉਸ ਤੋਂ ਬਾਅਦ ਲਿਕੁਇਡ ਸੀਗੇ ਤੇ ਹੋਰ ਕੀ ਸੀਗੇ? ਸੋਲਿਡ। ਪਰ ਓਸਮੋਸਿਸ ਦੇ ਵਿੱਚ ਕੀ ਹੈ? ਮੋਸਟਲੀ ਜ਼ਿਆਦਾ ਲਿਕੁਇਡ ਵਾਟਰ ਹੋਊਗਾ। ਠੀਕ ਹੈ, ਬਸ ਮੰਨ ਕੇ ਚੱਲੋ ਕਿ ਇਹਦੇ ਵਿੱਚ ਮੇਨਲੀ ਵਾਟਰ ਹੋਊਗਾ। ਤਾਂ ਹੁਣ ਇਹਦੀ ਐਗਜ਼ਾਮਪਲ ਤੇ ਇਹਦੇ ਅੱਗੋਂ ਪਾਰਟਸ ਡਿਵੀਜ਼ਨ ਕੀਤੀ ਹੋਈ ਹੈ। ਠੀਕ ਹੈ, ਕੰਡੀਸ਼ਨਸ ਹੈਗੀਆਂ ਓਸਮੋਸਿਸ ਦੀਆਂ, ਉਹ ਕਰਾਂਗੇ ਆਪਾਂ ਓਸਮੋਸਿਸ। ਠੀਕ ਹੈ, ਆਈ ਥਿੰਕ ਸਪੈਲਿੰਗ ਗਲਤ ਹੋ ਗਈ, ਚਲੋ ਸਹੀ ਕਰ ਲੈਂਦੇ ਆ। ਓਸਮੋਸਿਸ। ਹੁਣ ਕੰਡੀਸ਼ਨ ਜਾਣਨ ਤੋਂ ਪਹਿਲਾਂ ਠੀਕ ਹੈ ਇੱਕ ਚੀਜ਼ ਜਾਣਨੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਜੇ ਤੁਸੀਂ ਓਸਮੋਸਿਸ ਸਮਝਣਾ ਤਾਂ ਇੱਕ ਮੈਂ ਚੀਜ਼ ਦੱਸਣੀ ਭੁੱਲ ਗਿਆ ਤੁਹਾਨੂੰ, ਸਕਿਪ ਨਹੀਂ ਕਰਨੀ ਵੀਡੀਓ। ਠੀਕ ਹੈ, ਜੇ ਵੀਡੀਓ ਸਕਿਪ ਕਰਤੀ ਤਾਂ ਕੁਝ ਵੀ ਨਹੀਂ ਸਮਝ ਆਣਾ ਤੁਹਾਨੂੰ ਕੀ ਚੱਲੀ ਜਾਂਦਾ। ਭਲਾ ਦੀ 2 ਮਿੰਟ ਦੀ ਵੀਡੀਓ ਹੈ, ਕੁਝ ਨਹੀਂ ਸਕਿਪ ਕਰਨੀ। ਦੇਖ ਲਓ ਮੈਂ ਕੋਈ ਗੱਲ ਕੀਤੀ ਸ਼ੁਰੂ ਦੇ ਵਿੱਚ, ਕੋਈ ਇੰਟਰੋਡਕਸ਼ਨ ਨਹੀਂ, ਕੋਈ ਕੁਝ ਨਹੀਂ, ਸਿਰਫ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਆਪਾਂ, ਤਾਂ ਜੋ ਤੁਹਾਨੂੰ ਹੋਰ ਸੌਖਾ ਹੋ ਸਕੇ, ਤੁਹਾਡਾ ਟਾਈਮ ਘੱਟ ਲੱਗੇ। ਚਲੋ ਓਸਮੋਸਿਸ ਦੇ ਵਿੱਚ ਕੀ ਹੈ? ਸਭ ਤੋਂ ਪਹਿਲਾਂ 2 ਕੀ ਪੁਆਇੰਟ ਸਮਝਨੇ ਤੁਸੀਂ, ਤੇ ਓਸਮੋਸਿਸ ਤੁਹਾਨੂੰ ਆਟੋਮੈਟਿਕ ਸਮਝ ਲੱਗ ਜਾਊਗਾ। ਹੁਣ ਦੇਖੋ, ਪਹਿਲਾਂ ਮੈਂ ਲਿਖਦਾ ਹਾਂ ਕੁਝ, ਤੇ ਜਦੋਂ ਮੈਂ ਲਿਖੂੰਗਾ ਤੁਹਾਨੂੰ ਸਮਝ ਨਹੀਂ ਆਣਾ, ਪਰ ਜਦੋਂ ਮੈਂ ਸਮਝਾਤਾ ਤੁਹਾਨੂੰ ਬੜੇ ਐਡੇ ਵਧੀਆ ਤਰੀਕੇ ਨਾਲ ਦਿਮਾਗ 'ਚ ਬੈਠ ਜਾਣਾ ਕਿ ਤੁਸੀਂ ਕਹੋਗੇ ਕਿ ਵਾਕਈ ਸਹੀ ਗੱਲ ਹੈ। ਹੁਣ ਤੁਹਾਨੂੰ ਕਿਸੇ ਬੱਚੇ ਨੂੰ ਕੁਝ ਨਹੀਂ ਸਮਝ ਆਇਆ ਕਿ ਮੈਂ ਕੀ ਲਿਖਿਆ। ਸੋਲਿਊਸ਼ਨ, ਸੋਲਿਊਟ, ਸੋਲਵੈਂਟ। ਠੀਕ ਹੈ, ਹੁਣ ਇਹਦਾ ਮਤਲਬ ਕੀ ਹੈ? ਹੁਣ ਦੇਖੋ, ਸੋਲਿਊਸ਼ਨ ਦਾ ਮਤਲਬ ਬਹੁਤ ਬੱਚੇ ਸਮਝ ਰਹੇ ਹੋਣਗੇ ਹੱਲ ਕਰਨਾ ਕਿਸੇ ਚੀਜ਼ ਦਾ, ਪਰ ਉਹ ਰੋਂਗ ਹੈ ਇੱਥੇ। ਠੀਕ ਹੈ, ਸਾਇੰਸ ਦੇ ਬਾਇਓ ਦੇ ਵਿੱਚ ਓਸਮੋਸਿਸ ਦੇ ਵਿੱਚ ਜੇ ਸੋਲਿਊਸ਼ਨ ਨੂੰ ਆਪਾਂ ਲੈ ਕੇ ਚੱਲਾਂਗੇ ਤਾਂ ਉਹਦਾ ਮਤਲਬ ਹੁੰਦਾ ਕਿ ਕੋਈ ਘੋਲ, ਠੀਕ ਹੈ, ਕੋਈ ਜਿਹੜਾ ਘੋਲ ਜਾਂ ਕਿਰਿਆ, ਚਲੋ ਘੋਲ ਮੇਨ ਮੰਨ ਕੇ ਚੱਲੋ, ਪਹਿਲਾਂ ਜ਼ਿਆਦਾ ਨਹੀਂ ਆਪਾਂ ਡੀਪਲੀ ਜਾਣਾ। ਕੋਈ ਘੋਲ ਜਿਹੜਾ, ਠੀਕ ਹੈ, ਜਿਹੜਾ 2 ਚੀਜ਼ਾਂ ਨੂੰ ਮਿਲਾ ਕੇ, 2 ਚੀਜ਼ਾਂ ਨੂੰ ਮਿਲਾ ਕੇ ਬਣਦਾ। ਠੀਕ ਹੈ, ਉਸ ਮਿਸ਼ਰਣ ਨੂੰ ਆਪਾਂ ਕੀ ਕਹਿੰਦੇ ਆ? ਸੋਲਿਊਸ਼ਨ। ਕਲੀਅਰ ਹੋ ਗਿਆ? ਹੁਣ ਸੋਲਿਊਸ਼ਨ ਕੀ ਹੈ ਕਿ ਜਿਹੜੀਆਂ ਆਪਾਂ ਮੰਨ ਲਓ 2 ਚੀਜ਼ਾਂ ਕਿਹੜੀਆਂ? ਫੋਰ ਐਗਜ਼ਾਮਪਲ ਕਿ ਆਪਾਂ ਵਾਟਰ ਲੈ ਲਿਆ ਪਲੱਸ ਸੋਲਟ ਲੈ ਲਿਆ। ਠੀਕ ਹੈ, ਇਹਨਾਂ ਦੋਨਾਂ ਨੂੰ ਕੀ ਕਰਤਾ ਆਪਾਂ? ਮਿਕਸ। ਉਸ ਮਿਕਸਚਰ ਨੂੰ ਕੀ ਕਹਿਣਗੇ? ਸੋਲਿਊਸ਼ਨ। ਠੀਕ ਹੈ, ਉਸ ਮਿਕਸਚਰ ਨੂੰ ਕੀ ਕਵਾਂਗੇ ਆਪਾਂ? ਸੋਲਿਊਸ਼ਨ। ਇਹਨੂੰ ਕਹਿੰਦੇ ਆ ਸੋਲਿਊਸ਼ਨ। ਹੁਣ ਚੱਲਦੇ ਆਪਾਂ ਅੱਗੋਂ। ਚਲੋ ਹੁਣ ਸੋਲਿਊਟ ਕੀ ਹੁੰਦਾ? ਹੁਣ ਆਪਣੇ ਕੋਲ ਕੀ ਹੈ? ਸੋਲਿਊਟ ਕੀ ਹੁੰਦਾ ਆਪਣੇ ਕੋਲੇ? ਹੁਣ ਜਿਵੇਂ ਤੁਹਾਨੂੰ ਇਹਦਾ ਪਤਾ ਲੱਗਿਆ ਤੇ ਉਵੇਂ ਹੀ ਆਪਾਂ ਇਹਦਾ ਦੱਸ ਦਿੰਦੇ ਹਾਂ ਕਿ ਕੀ ਹੁੰਦਾ ਸੋਲਿਊਟ ਆਪਣੇ ਕੋਲੇ। ਹੁਣ ਸੋਲਿਊਸ਼ਨ ਦਾ ਪਤਾ ਲੱਗ ਗਿਆ, 2 ਚੀਜ਼ਾਂ ਮਿਲੀਆਂ। ਠੀਕ ਹੈ, ਤਾਂ ਇੱਥੇ ਕੀ ਸਾਈਨ ਪਾਇਆ? ਬਰਾਬਰ ਕਿੰਨੇ ਹੁੰਦਾ ਹੈ? 2 ਚੀਜ਼ਾਂ ਦੇ, 2 ਚੀਜ਼ਾਂ ਮਿਲਾਈਆਂ ਨਾ। ਹੁਣ 2 ਚੀਜ਼ਾਂ ਦੇ ਵਿੱਚੋਂ ਇਹ ਦੋਨੋਂ ਚੀਜ਼ਾਂ ਕੀ ਹੈ? ਇੱਕ ਤਾਂ ਜਿੰਦੇ ਵਿੱਚ ਘੁਲਿਆ, ਠੀਕ ਹੈ, ਘੋਲ, ਤੇ ਇੱਕ ਜਿਹੜੀ ਚੀਜ਼ ਘੋਲੀ ਗਈ ਹੈ। ਹੁਣ ਉਹਨਾਂ ਵਿੱਚੋਂ ਹੈ ਕਿਹੜੀਆਂ? ਫਸਟ ਦੇ ਆਪਣੇ ਕੋਲ ਕੀ ਹੈ? ਸੋਲਿਊਟ। ਸੋਲਿਊਟ ਕੀ ਹੁੰਦਾ? ਜੋ ਚੀਜ਼
जो चीज घुलदी है, ठीक है। आप एग्जाम्पल की ਲਈ सोल्ट दी, मान लो ये की है सोल्ट, ठीक है। जो चीज घुलदी है, तो आटोमैटिक फिर दूसरी ਜਿਹੜੀ ਚੀਜ਼ ਵਿੱਚ ਘੁਲਦੀ ਹੈ, ਜਿਸ ਵਿੱਚ ਕੋਈ ਸਿੰਪਲ ਭਾਸ਼ਾ ਦੇ ਵਿੱਚ ਜਿਸ ਵਿੱਚ ਘੁਲਦੀ ਹੈ, ਉਹਨੂੰ ਕੀ ਕਵਾਂਗੇ? ਸੋਲਵੈਂਟ। ਫੋਰ ਐਗਜ਼ਾਮਪਲ ਵਾਟਰ। ਹੁਣ ਕਲੀਅਰ ਹੋ ਗਿਆ? ਦੁਬਾਰਾ ਫਿਰ ਸੁਣ ਲਓ, ਓਸਮੋਸਿਸ ਦਾ ਪ੍ਰੋਸੈਸ ਹੀ ਇਹ ਹੈ, ਸੋਲਿਊਸ਼ਨ ਇਕੁਅਲ ਟੂ ਸੋਲਿਊਟ ਪਲਸ ਸੋਲਵੈਂਟ। ਸੋਲਿਊਸ਼ਨ ਦੋ ਚੀਜ਼ਾਂ ਦਾ ਮਿਸ਼ਰਣ, ਘੋਲ ਦਾ ਮਿਸ਼ਰਣ। ਉਸ ਤੋਂ ਬਾਅਦ ਕੀ ਹੈ? ਸੋਲਵੈਂਟ ਕੀ ਹੁੰਦਾ? ਸੋਲਵੈਂਟ ਹੁੰਦਾ ਜਿਹਦੇ ਵਿੱਚ ਚੀਜ਼ ਘੁੱਲੀ ਜਾਂਦੀ ਹੈ। ਸੋਲਿਊਟ ਕੀ ਹੁੰਦਾ? ਜਿਹੜੀ ਚੀਜ਼ ਘੁੱਲੀ ਜਾਂਦੀ ਹੈ, ਠੀਕ ਹੈ। ਹੁਣ ਚੱਲਦੇ ਆਪਾਂ ਨੈਕਸਟ ਚਾਰਟ ਤੇ। ਹੁਣ ਆ ਗਏ ਇਹਦੀਆਂ ਕੰਡੀਸ਼ਨਸ। ਇਹਦੀਆਂ ਕੰਡੀਸ਼ਨਸ ਕਿੰਨੀਆਂ ਹੁੰਦੀਆਂ? 3 ਕੰਡੀਸ਼ਨਸ ਹੁੰਦੀਆਂ। ਇਹ ਕੁਐਸਚਨ ਨੋਟ ਕਰ ਲਿਓ ਜੇ ਪੁੱਛਿਆ ਗਿਆ ਤਾਂ, ਕਿ ਜਿਹੜੀਆਂ ਓਸਮੋਸਿਸ ਦੀਆਂ ਕਿੰਨੀਆਂ ਕੰਡੀਸ਼ਨਸ ਹੁੰਦੀਆਂ? ਤਾਂ ਆਪਣਾ ਰਾਈਟ ਆਨਸਰ ਕੀ ਆਊਗਾ? 3 ਕੰਡੀਸ਼ਨ ਹੁੰਦੀਆਂ। ਕਿਹੜੀਆਂ ਕਿਹੜੀਆਂ ਹੁੰਦੀਆਂ? ਨੰਬਰ 1, ਠੀਕ ਹੈ। ਨੰਬਰ 1 ਤੇ ਕਿਹੜੀ ਹੁੰਦੀ ਹੈ? ਹਾਈਪਰਟੋਨਿਕ। ਨੰਬਰ 2 ਤੇ ਕੀ ਹੁੰਦੀ ਹੈ? ਹਾਈਪੋਟੋਨਿਕ। ਨੰਬਰ 3 ਤੇ ਕੀ ਹੁੰਦੀ ਹੈ? ਆਈਸੋਟੋਨਿਕ। ਲਓ ਹੁਣ ਸਾਰਾ ਲਿਖ ਤੇ ਇਹਨਾਂ ਨੂੰ ਕਹਿੰਦੇ ਕੀ ਹੈ? ਅਸੀਂ ਪੰਜਾਬੀ ਬੰਦੇ, ਸਾਨੂੰ ਮਾੜਾ ਜਿਹਾ ਹੋਰ ਸੌਖਾ ਕਰਕੇ ਸਮਝਾਓ। ਹੁਣ ਦੇਖੋ, ਹਾਈਪੋਟੋਨਿਕ ਉਹ ਹੁੰਦਾ ਹੈ ਜਿੰਦੇ ਵਿੱਚ, ਠੀਕ ਹੈ, ਜਿੰਦੇ ਵਿੱਚ ਘੁਲਣ ਵਾਲੀ ਚੀਜ਼ ਘੋਲ ਤੋਂ ਜ਼ਿਆਦਾ ਹੋਵੇ, ਠੀਕ ਹੈ। ਹਾਈਪਰਟੋਨਿਕ ਉਹ ਹੁੰਦਾ ਹੈ ਜਿੰਦੇ ਵਿੱਚ ਘੁਲਣ ਵਾਲੀ, ਜਿਵੇਂ ਸੋਲਟ ਜ਼ਿਆਦਾ ਹੋਵੇ ਵਾਟਰ ਤੋਂ। ਕਲੀਅਰ ਹੋ ਗਿਆ? ਹਾਈਪਰਟੋਨਿਕ ਉਹ ਹੁੰਦਾ ਹੈ ਜਿੰਦੇ ਵਿੱਚ ਜਿਹੜੀ ਚੀਜ਼ ਘੁੱਲੀ ਜਾਂਦੀ ਹੈ, ਜਿੰਦੇ ਵਿੱਚ ਘੁਲਦੀ ਹੈ ਉਹਦੇ ਤੋਂ ਜ਼ਿਆਦਾ ਹੋਵੇ, ਉਹਨੂੰ ਕਹਿੰਦੇ ਆ ਹਾਈਪਰਟੋਨਿਕ। ਹਾਈਪਰ ਦਾ ਮਤਲਬ ਆਪਾਂ ਕਹਿ ਦਿੰਦੇ ਆ ਜ਼ਿਆਦਾ ਕੋਈ ਚੀਜ਼, ਠੀਕ ਹੈ। ਕਲੀਅਰ ਹੋ ਗਿਆ ਹੁਣ ਇਹਨਾਂ? ਹੁਣ ਚਲਦੇ ਆਪਾਂ ਅੱਗੇ ਵਾਲੇ ਤੇ। ਹੁਣ ਇਹ ਉਲਟ ਕਰ ਦੋ ਬਸ, ਕਿ ਘੁਲਣ ਵਾਲੀ ਚੀਜ਼ ਜਿੰਦੇ ਵਿੱਚ ਘੁੱਲੀ ਜਾਣੀ ਹੈ ਉਹਦੇ ਤੋਂ ਘੱਟ ਹੋਵੇ, ਠੀਕ ਹੈ। ਹੁਣ ਸਰ ਜ਼ਿਆਦਾ ਵੀ ਕਰ ਲਈ, ਘੱਟ ਵੀ ਕਰ ਲਈ, ਹੁਣ ਆ ਕੀ ਰਹਿ ਗਿਆ ਲਾਸਟ ਤੇ? ਇਹ ਹੋ ਗਿਆ ਆਪਣੇ ਕੋਲੇ ਬਰਾਬਰ। ਸੋਲਿਊਟ ਇਕੁਅਲ ਟੂ ਸੋਲਵੈਂਟ। ਕਲੀਅਰ ਹੈ? ਹੁਣ ਛੋਟਾ ਜਿਹਾ ਰੀਕੈਪ ਕਰਦੇ ਹਾਂ, ਫਿਰ ਆਪਾਂ ਚੱਲਾਂਗੇ ਇਹਨਾਂ ਦੀ ਅੱਗੋਂ ਕੀ ਫੰਕਸ਼ਨਸ ਹੈ, ਕਿਵੇਂ ਵਰਕ ਕਰਦੇ ਆ, ਠੀਕ ਹੈ। ਹੁਣ ਕੀ ਹੈ? ਪਹਿਲਾਂ ਕੀ ਕੀਤਾ ਸੀ ਆਪਾਂ ਇਹ ਕੀਤਾ ਸੀਗਾ ਕਿ ਓਸਮੋਸਿਸ ਦੇ ਵਿੱਚ ਕੰਡੀਸ਼ਨ ਮੇਨ ਕੀ ਹੁੰਦੀ ਹੈ? ਸੋਲਵੈਂਟ ਤੇ ਸੋਲਿਊਟ ਸੋਲਿਊਸ਼ਨ ਦੇ ਬਰਾਬਰ ਹੁੰਦੇ ਆ, ਠੀਕ ਹੈ। ਸੋਲਵੈਂਟ ਕੀ ਹੁੰਦਾ ਆਪਣੇ ਕੋਲੇ? ਸੋਲਵੈਂਟ ਹੁੰਦਾ ਕਿ ਜਿਹੜੀ ਚੀਜ਼ ਦੇ ਵਿੱਚ ਕੋਈ ਚੀਜ਼ ਘੁੱਲੀ ਜਾਂਦੀ ਹੈ, ਲਾਈਕ ਵਾਟਰ। ਤੇ ਸੋਲਿਊਟ ਕੀ ਹੁੰਦਾ? ਸੋਲਟ, ਜਿਹੜੀ ਚੀਜ਼ ਕਿਸੇ ਚੀਜ਼ 'ਚ ਘੁੱਲੀ ਜਾਂਦੀ ਹੈ, ਜਿਵੇਂ ਸੋਲਟ ਹੋ ਗਿਆ, ਸ਼ੂਗਰ ਹੋ ਗਈ, ਠੀਕ ਹੈ। ਇਹ ਸਾਰੀਆਂ ਵਾਟਰ ਦੇ ਵਿੱਚ ਘੁੱਲੀਆਂ ਜਾਂਦੀਆਂ ਚੀਜ਼ਾਂ। ਇੰਕ ਵੀ ਲਾ ਲਓ ਆਪਣੀ। ਹੁਣ ਆਪਾਂ ਚੱਲਦੇ ਹਾਂ ਪਹਿਲੀ ਕੰਡੀਸ਼ਨ ਵੱਲ, ਠੀਕ ਹੈ। ਫਸਟ ਕੰਡੀਸ਼ਨ ਕੀ ਹੈ ਆਪਣੇ ਕੋਲੇ? ਹਾਈਪਰਟੋਨਿਕ। ਇਹਦੇ 'ਚ ਕੀ ਹੁੰਦਾ? ਸੋਲਿਊਟ ਜ਼ਿਆਦਾ ਹੁੰਦਾ ਕਿੰਨੇ ਨਾਲੋਂ? ਸੋਲਵੈਂਟ ਦੇ ਨਾਲੋਂ। ਹੁਣ ਇਹਦੀ ਇੱਕ ਚੀਜ਼ ਯਾਦ ਰੱਖਣੀ ਹੈ ਤੁਸੀਂ, ਪਹਿਲਾਂ ਐਗਜ਼ਾਮਪਲ ਸਮਝ ਲਓ, ਫਿਰ ਇਹਦੀਆਂ 2-3 ਚੀਜ਼ਾਂ ਜਿਹੜੀਆਂ ਯਾਦ ਰੱਖ ਲਿਓ, ਬਸ 2-2 3-3 ਪੁਆਇੰਟ ਹੀ ਤਿੰਨਾਂ ਦੇ। ਹਾਈਪਰਟੋਨਿਕ ਦੇ ਵਿੱਚ ਮੰਨ ਲਓ ਆਪਾਂ ਇੱਕ ਕਿਸ਼ਮਿਸ਼ ਲੈ ਲਈ, ਠੀਕ ਹੈ। ਕਿਸ਼ਮਿਸ਼ ਕੀ ਹੈ ਆਪਣੇ ਕੋਲੇ? ਸੋਲਿਊਟ ਹੈ। ਕਲੀਅਰ ਹੈ? ਪਲੱਸ ਨਾਲ ਆਪਾਂ ਕੀ ਲੈ ਲਿਆ? ਵਾਟਰ। ਕਿਹੜਾ ਵਾਟਰ ਲੈ ਲਿਆ ਆਪਾਂ? ਸ਼ੂਗਰ ਵਾਲਾ ਵਾਟਰ ਲੈ ਲਿਆ, ਠੀਕ ਹੈ। ਇਹ ਕੀ ਹੈ ਆਪਣੇ ਕੋਲੇ? ਸੋਲਵੈਂਟ ਹੈ। ਕਲੀਅਰ ਹੈ? ਇਹ ਵਾਟਰ ਕੀ ਆਪਾਂ ਲਿਆ? ਘੱਟ ਲਿਆ। ਹੁਣ ਦੇਖੋ ਇਹਦੇ ਵਿੱਚ ਵੀ ਸ਼ੂਗਰ ਹੁੰਦੀ ਹੈ ਆਪਣੇ ਕੋਲੇ। ਇਹ ਕੀ ਹੈ? ਵਾਟਰ ਸ਼ੂਗਰ ਵਾਲਾ ਆਪਣੇ ਕੋਲ ਘੱਟ ਕੁਆਂਟੀਟੀ ਦੇ ਵਿੱਚ। ਇਹਨਾਂ ਜਦੋਂ ਆਪਾਂ ਥੋੜਾ ਟਾਈਮ ਰੱਖਾਂਗੇ ਤਾਂ ਇਹ ਕੀ ਹੋ ਜਾਊਗਾ? ਜਿਹੜਾ ਕਿਸ਼ਮਿਸ਼ ਵਾਲਾ ਸ਼ੂਗਰ ਕਹਿ ਲਓ, ਠੀਕ ਹੈ, ਕਿਸ਼ਮਿਸ਼ ਵਾਲਾ ਸ਼ੂਗਰ ਜਾਂ ਵਾਟਰ ਕਿੰਦੇ ਵਿੱਚ ਆ ਜਾਊਗਾ? ਜਿਹੜਾ ਆਪਣੇ ਕੋਲ ਵਾਟਰ ਸ਼ੂਗਰ ਹੈਗਾ, ਮਤਲਬ ਉਹ ਕੋਸ਼ਿਸ਼ ਕਰੂਗਾ ਕਿ ਇਕੁਅਲ ਹੋ ਜਾਈਏ, ਕਿਉਂਕਿ ਇਹ ਕੀ ਹੈ? ਹਾਇਰ ਕੰਸੈਂਟਰੇਸ਼ਨ, ਤੇ ਇਹ ਕੀ ਹੈ? ਲੋਅਰ ਕੰਸੈਂਟਰੇਸ਼ਨ। ਜਿਹੜੇ ਕਿਸ਼ਮਿਸ਼ ਦੇ ਮੋਲੀਕੂਲ ਹੋਣਗੇ, ਠੀਕ ਹੈ, ਮੋਲੀਕੂਲ ਹੋਣਗੇ, ਉਹ ਹਾਇਰ ਤੋਂ ਕਿੱਧਰ ਜਾਣਗੇ? ਲੋਅਰ ਵੱਲ, ਤੇ ਉਹ ਕੀ ਹੋ ਜੂਗੀ? ਸੁੰਗੜ ਜੂਗੀ। ਥੋੜੇ ਟਾਈਮ ਬਾਅਦ ਆਪਾਂ ਦੇਖਾਂਗੇ ਜਦੋਂ। ਹੁਣ ਇਹਦੇ ਕਿਹੜੀਆਂ ਕਿਹੜੀਆਂ ਆਪਣੇ ਕੋਲ ਫਿਰ 2-3 ਚੀਜ਼ਾਂ ਆ ਜਾਣਗੀਆਂ। ਫਸਟ ਕੀ ਆਊਗੀ ਆਪਣੇ ਕੋਲੇ?
ਹਾਈਪਰਟੋਨਿਕ ਕੀ ਕਰਦਾ? ਹਾਈਪਰਟੋਨਿਕ ਚੀਜ਼ਾਂ ਨੂੰ ਜਿਹੜੇ ਸੋਲਿਊਟ ਹੁੰਦੇ ਆ ਉਹਨਾਂ ਨੂੰ ਕੀ ਕਰ ਦਿੰਦਾ? ਸ਼ਰਿੰਕ ਕਰ ਦਿੰਦਾ, ਸੁੰਗਾੜ ਦਿੰਦਾ। ਠੀਕ ਹੈ, ਸੁੰਗੜ ਜਾਂਦੀਆਂ ਚੀਜ਼ਾਂ ਉਹਦੇ ਨਾਲ। ਹੁਣ ਦੂਜੀ ਕੰਡੀਸ਼ਨ ਕੀ ਆਊਗੀ? ਦੂਜੀ ਕੀ ਆਊਗੀ? ਇਹਦੀ ਕੰਸਨਟ੍ਰੇਸ਼ਨ ਕੀ ਹੁੰਦੀ ਹੈ? ਹਾਇਰ ਹੁੰਦੀ ਹੈ, ਕੰਸਨਟ੍ਰੇਸ਼ਨ ਹਾਇਰ ਹੁੰਦੀ ਹੈ। ਠੀਕ ਹੈ, ਹੁਣ ਤੀਜੀ ਕੀ ਆਊਗੀ ਆਪਣੇ ਕੋਲੇ? ਮੇਨ ਪੁਆਇੰਟ ਜਿਹੜਾ ਇਹਦਾ ਮੋਸਟ ਇੰਪੋਰਟੈਂਟ, ਇੱਕ ਤਾਂ ਜਿਹੜਾ ਸ਼ਰਿੰਕ ਕਰ ਦਿੰਦਾ, ਦੂਜਾ ਮੇਨ ਪੁਆਇੰਟ ਇਹਦਾ ਕੀ ਬਣੂਗਾ ਆਪਣੇ ਕੋਲੇ ਕਿ ਜੇ ਪੁੱਛਿਆ ਜਾਵੇ ਕਿ ਕਿਹੜਾ ਓਸਮੋਸਿਸ, ਠੀਕ ਹੈ, ਕਿਹੜਾ ਓਸਮੋਸਿਸ, ਆਪਣਾ MCQ ਮੰਨ ਲਓ ਬਣ ਗਿਆ ਆਪਣੇ ਕੋਲੇ, ਕਿਹੜਾ ਓਸਮੋਸਿਸ ਫੂਡ ਪ੍ਰੈਜ਼ਰਵੇਸ਼ਨ ਵਾਸਤੇ ਠੀਕ ਹੈ ਵਧੀਆ ਹੁੰਦਾ? ਤਿੰਨਾਂ ਵਿੱਚੋਂ ਵਧੀਆ ਕਿਹੜਾ ਹੁੰਦਾ? ਹਾਈਪਰਟੋਨਿਕ। ਗੁੱਡ ਫॉर ਜਾਂ ਹੈਲਪਫੁਲ ਇਨ ਫੂਡ ਪ੍ਰੀਜ਼ਰਵੇਸ਼ਨ। ਠੀਕ ਹੈ, ਜੇ ਫੂਡ ਸੰਭਾਲਣ ਵਿੱਚ ਇਹਦੀ ਕਿੰਨਾ ਯੂਜ਼ ਕੀਤਾ ਜਾਂਦਾ? ਹਾਈਪਰਟੋਨਿਕ ਦਾ, ਕਿਉਂਕਿ ਇਹਦੀ ਹਾਇਰ ਕੰਸਨਟ੍ਰੇਸ਼ਨ ਹੁੰਦੀ ਹੈ। ਕਲੀਅਰ ਹੈ? ਕਿਉਂਕਿ ਇੱਕ ਚੀਜ਼ ਹੋਰ ਐਗਜ਼ਾਮਪਲ ਲੈ ਲਓ, ਜੇ ਮੰਨ ਲਓ ਆਪਾਂ 에ਅਰ ਟਾਈਟ ਕੋਈ ਚੀਜ਼ ਲੈਂਦੇ ਆ ਤਾਂ ਉਹਦੇ ਵਿੱਚ ਫੂਡ ਕੀ ਹੈ? ਜ਼ਿਆਦਾ ਟਾਈਮ ਵਧੀਆ ਰਹਿੰਦਾ। ਤੇ ਜੇ ਕੋਈ 에ਅਰ ਦੇ ਨਾਲ ਕੰਟੈਕਟ ਕਰਦੀ ਕੋਈ ਚੀਜ਼, ਉਹਦੇ ਵਿੱਚ ਫੂਡ ਜ਼ਿਆਦਾ ਟਾਈਮ ਵਧੀਆ ਨਹੀਂ ਰਹਿੰਦਾ। ਠੀਕ ਹੈ, ਜਿਵੇਂ ਕੋਈ ਚੀਜ਼ ਖੱਟੀ ਹੋ ਜਾਂਦੀ ਹੈ, ਪੋਲੀ ਹੋ ਜਾਂਦੀ ਹੈ, ਬਿਸਕੁਟ। ਹੁਣ ਸੈਕਿੰਡ ਚੱਲਦੇ ਆ। ਸੈਕਿੰਡ ਕੀ ਸੀ? ਹਾਈਪੋਟੋਨਿਕ। ਜ਼ਿੰਦਗੀ 'ਚ ਕੀ ਸੀਗਾ? ਸੋਲਿਊਟ ਘੱਟ ਸੀਗਾ ਕਿੰਨੇ ਨਾਲੋਂ? ਸੋਲਵੈਂਟ ਨਾਲੋਂ। ਹੁਣ ਆਪਾਂ ਸੇਮ ਕਿਸ਼ਮਿਸ਼ ਲੈ ਲੈਂਦੇ ਹਾਂ ਥੋੜੀ ਜਿਹੀ ਮਾਤਰਾ 'ਚ, ਤੇ ਵਾਟਰ ਲੈ ਲੈਂਦੇ ਹਾਂ। ਹੁਣ ਕੀ ਹੈ? ਹੁਣ ਇਹਦੇ ਵਿੱਚ ਕੀ ਹੈ? ਲੋਅਰ ਕੰਸਨਟ੍ਰੇਸ਼ਨ ਤੇ ਹਾਈ ਕੰਸਨਟ੍ਰੇਸ਼ਨ ਇੱਧਰ ਆਪਣੇ ਕੋਲੇ। ਹੁਣ ਥੋੜੇ ਟਾਈਮ ਬਾਅਦ ਵਾਟਰ ਕਿੱਧਰ ਚਲਾ ਜਾਊਗਾ? ਕਿਸ਼ਮਿਸ਼ ਦੇ ਵਿੱਚ। ਕਿਸ਼ਮਿਸ਼ ਕੀ ਹੋ ਜਾਊਗੀ? ਫੁੱਲ ਜੂਗੀ। ਕਲੀਅਰ ਹੋ ਗਿਆ ਨਾ? ਸੋਲਿਊਟ ਘੱਟ ਸੀਗਾ, ਸੋਲਵੈਂਟ ਪਾਣੀ ਜ਼ਿਆਦਾ ਸੀ, ਕਿਸ਼ਮਿਸ਼ ਘੱਟ ਸੀ ਆਪਣੇ ਕੋਲੇ। ਠੀਕ ਹੈ, ਤਾਂ ਉਹ ਕੀ ਹੋ ਗਿਆ ਆਪਣੇ ਕੋਲੇ? ਜਿਹੜਾ ਵਾਟਰ ਕਿੱਧਰ ਚਲਾ ਗਿਆ ਥੋੜੇ ਟਾਈਮ ਬਾਅਦ? ਕਿਸ਼ਮਿਸ਼ ਦੇ ਵਿੱਚ ਆਪਣੇ ਆਪ ਨੂੰ ਉਹਨੇ ਕਹਿ ਲਓ ਮੂਵ ਕਰ ਲਿਆ, ਤਾਂ ਉਹ ਕੀ ਹੋ ਗਈ? ਉਹਨੇ ਫੁੱਲ ਗਈ। ਤਾਂ ਹੁਣ ਇੱਥੇ ਉਹਦੇ ਵਿੱਚ ਕੀ ਹੁੰਦਾ ਸੀ? ਫਸਟ ਵਾਲੇ ਹਾਈਪਰਟੋਨਿਕ ਦੇ ਵਿੱਚ ਸ਼ਰਿੰਕ ਹੁੰਦੀਆਂ ਸੀ ਚੀਜ਼ਾਂ, ਤੇ ਇਹਦੇ ਵਿੱਚ ਕੀ ਹੁੰਦੀਆਂ? ਇਹਦੇ ਵਿੱਚ ਆਪਣੇ ਕੋਲੇ ਫੁੱਲ ਜਾਂਦੀਆਂ। ਠੀਕ ਹੈ, ਜਿਹਨੂੰ ਆਪਾਂ ਕੀ ਕਹਿ ਦਾਂਗੇ? ਸਵੈਲਿੰਗ ਜਿਹਨੂੰ ਕਹਿ ਦਿੰਦੇ ਆ, ਸਵੈਲ, ਫੁੱਲ ਜਾਣਾ। ਲੋ ਸੈਕਿੰਡ ਪੁਆਇੰਟ ਇਹਦਾ ਕੀ ਬਣੂਗਾ? ਇਹਦੇ ਵਿੱਚ ਲੋ ਕੰਸਨਟ੍ਰੇਸ਼ਨ ਹੁੰਦੀ ਹੈ, ਲੋ ਕੰਸਨਟ੍ਰੇਸ਼ਨ। ਅੱਗੋਂ ਲਿਖ ਲਿਓ ਤੁਸੀਂ। ਥਰਡ ਨੰਬਰ ਤੇ ਆਪਣਾ ਕੀ? ਨੋਟ ਹੈਲਪਫੁਲ ਇਨ ਫੂਡ ਪ੍ਰੀਜ਼ਰਵੇਸ਼ਨ। ਕਲੀਅਰ ਹੈ ਨਾ? ਹੁਣ ਆ ਗਿਆ ਆਪਣੇ ਕੋਲ ਥਰਡ ਪੁਆਇੰਟ, ਕਿਹੜਾ ਸੀਗਾ? ਆਈਸੋਟੋਨਿਕ। ਇਹਦੇ ਵਿੱਚ ਦੋਨੋਂ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ, ਸੋਲਿਊਟ ਵੀ ਤੇ ਸੋਲਵੈਂਟ ਵੀ। ਠੀਕ ਹੈ, ਹੁਣ ਕੀ ਹੋਊਗਾ ਅੱਗੋਂ? ਸੇਮ ਟੂ ਸੇਮ ਹੋਣਗੀਆਂ, ਤਾਂ ਨਾ ਤਾਂ ਕੋਈ ਇੱਕ ਪਾਸੇ ਪਾਰਟ A ਤੋਂ ਨਾ ਤਾਂ ਪਾਰਟ B ਵਿੱਚ ਜਾਊ, ਤੇ ਨਾ ਹੀ ਪਾਰਟ B ਹੈ ਜਿਹੜਾ ਪਾਰਟ A ਵਿੱਚ ਆਊਗਾ। ਠੀਕ ਹੈ, ਤਾਂ ਇੱਕੋ ਰਹਿਣਗੀਆਂ। ਤਾਂ ਇਹਦੇ ਵਿੱਚ ਕੀ ਹੋਊਗਾ? ਉਹਦੇ ਵਿੱਚ ਸ਼ਰਿੰਕ ਹੁੰਦੀਆਂ ਸੀ, ਦੂਸਰੇ 'ਚ ਸਵੈਲ ਹੁੰਦੀਆਂ ਸੀ। ਇਹਦੇ ਵਿੱਚ ਕੀ ਹੈ? ਕੀ ਹੋ ਸਕਦਾ? ਇਹਦੇ ਵਿੱਚ ਕੀ ਹੋਊਗਾ ਆਪਣੇ ਕੋਲੇ? ਕੁਝ ਵੀ ਨਹੀਂ ਹੋਊਗਾ। ਤਾਂ ਕੀ ਹੋਊਗਾ? ਇਕੁਅਲ ਰਹੂਗਾ। ਇੱਥੋਂ ਇੱਕ ਹੋਰ ਕੁਐਸਚਨ ਬਣਦਾ, ਮੇਨ ਕੁਐਸਚਨ ਕੀ ਬਣਦਾ? ਜੇ ਤੁਹਾਨੂੰ ਪੁੱਛਿਆ ਜਾਵੇ ਕਿ ਕਿਹੜਾ ਓਸਮੋਸਿਸ ਦਾ ਕੰਡੀਸ਼ਨ ਹੈ, ਠੀਕ ਹੈ, ਜਾਂ ਕਿਹੜੀ ਕੰਡੀਸ਼ਨ ਹੈ ਓਸਮੋਸਿਸ ਦੀ ਜਿਹਦੇ ਵਿੱਚ ਕੋਈ ਨੋ ਚੇਂਜ, ਕੋਈ ਚੇਂਜਸ ਨਹੀਂ ਹੁੰਦਾ, ਜਾਂ ਇਹਦੀ ਜਗ੍ਹਾ ਤੇ ਲਿਖਿਆ ਹੋਊਗਾ ਇਕੁਇਵਲੈਂਟ ਰਹਿੰਦੀਆਂ ਚੀਜ਼ਾਂ, ਤਾਂ ਕਿਹੜੀ ਆਊਗੀ ਆਪਣੇ ਕੋਲੇ? ਆਈਸੋਟੋਨਿਕ। ਕਲੀਅਰ ਹੋ ਗਿਆ? ਮੋਸਟ ਇੰਪੋਰਟੈਂਟ MCQ ਦੱਸੀ ਹੈ ਨਾ, ਕਰਾਊਂਗਾ ਮੈਂ ਸਾਰੇ ਹੀ, ਪਰ ਇਹ ਚੀਜ਼ਾਂ ਜਿਹੜੀਆਂ ਮੇਨ ਹੈ। ਠੀਕ ਹੈ, ਇਹਦੇ ਵਿੱਚ ਕੋਈ ਚੇਂਜ ਨਹੀਂ ਹੁੰਦਾ, ਇਕੁਅਲ ਰਹਿੰਦੀਆਂ ਦੋਨੇ ਚੀਜ਼ਾਂ। ਕਿਸ਼ਮਿਸ਼ ਵੀ ਸੇਮ ਰਹੂਗੀ ਤੇ ਵਾਟਰ ਵੀ ਸੇਮ ਰਹੂਗਾ। ਠੀਕ ਹੈ, ਇਹਦੇ ਵਿੱਚ ਕੀ ਰਹਿਣਗੀਆਂ? ਇਕੁਅਲ ਰਹਿਣਗੀਆਂ। ਹੁਣ ਚੱਲਦੇ ਸੈਕਿੰਡ ਵੱਲ। ਸੈਕਿੰਡ ਕੀ ਹੈ ਆਪਣੇ ਕੋਲ? ਇਹਦੀ ਸੈੱਲ ਤੇ ਕੀ ਇਫੈਕਟ ਪੈਂਦਾ? ਕੋਈ ਇਫੈਕਟ ਨਹੀਂ ਪੈਂਦਾ। ਉਹਦੇ ਵਿੱਚ ਸੈੱਲ ਕੀ ਸੀਗਾ? ਲੋ ਕੰਸਨਟ੍ਰੇਸ਼ਨ ਹੋ ਜਾਂਦੀ ਸੀ, ਕਿਸੇ 'ਚ ਹਾਈ ਹੋ ਜਾਂਦੀ ਸੀਗੀ, ਤਾਂ ਇਹਦੇ ਵਿੱਚ ਸੈੱਲ ਤੇ ਕੀ ਹੈ? ਕੋਈ ਪ੍ਰਭਾਵ ਨਹੀਂ ਪੈਂਦਾ। ਤੀਸਰਾ ਕੀ ਹੈ? ਇਹ ਵੀ ਹੈਲਪਫੁਲ ਨਹੀਂ ਹੈਗਾ ਫੂਡ ਪ੍ਰੀਜ਼ਰਵੇਸ਼ਨ ਵਾਸਤੇ, ਹੈਲਪਫੁਲ ਨਹੀਂ ਹੈਗਾ। ਠੀਕ ਹੈ, ਲਾਭਕਾਰੀ ਨਹੀਂ ਹੈਗਾ। ਕਿਉਂ? ਕਿਉਂਕਿ ਇਹਦੇ ਵਿੱਚ ਜਦੋਂ ਚੇਂਜ ਹੀ ਨਹੀਂ ਹੋਣਾ, ਫੂਡ ਉਵੇਂ ਦੇ ਉਵੇਂ ਰਹਿਣਾ, ਤਾਂ ਕਰਕੇ ਕੀ ਹੈ? ਇਹ ਵੀ ਹੈਲਪਫੁਲ ਨਹੀਂ ਹੈਗਾ। ਹੁਣ ਛੋਟੀ ਜਿਹੀ ਇੱਕ ਹੋਰ ਚੀਜ਼ ਨੋਟ ਕਰ ਲਿਓ ਇਹਦੇ ਵਿੱਚ, ਜੇ ਇਹਦੇ ਬਾਰੇ ਤੁਹਾਨੂੰ ਮੈਂ ਪ੍ਰੋਪਰ ਦੱਸਦਾ ਦੁਬਾਰਾ ਬਣਾ ਕੇ, ਓਸਮੋਸਿਸ ਬਾਰੇ। ਠੀਕ ਹੈ, ਓਸਮੋਸਿਸ ਇਹਦੇ ਵਿੱਚ ਆਪਾਂ ਹੁਣ ਕੀ ਗੱਲ ਕਰ ਸਕਦੇ ਹਾਂ ਕਿ ਕਿਹੜੀ ਚੀਜ਼ ਦੀ, ਹੁਣ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀ ਨਾ
ਕਿ ਡਿਫਿਊਜ਼ਨ ਦੇ ਵਿੱਚ ਕਿੰਦੀ ਗੱਲ ਹੁੰਦੀ ਹੈ, ਗੈਸ ਦੀ, ਲਿਕੁਇਡ ਦੀ ਤੇ ਸੋਲਿਡ ਦੀ। ਇਹ ਤਿੰਨੇ ਚੀਜ਼ਾਂ ਦੀ ਗੱਲ ਹੁੰਦੀ ਕਿੰਦੇ 'ਚ ਹੈ, ਡਿਫਿਊਜ਼ਨ ਦੇ ਵਿੱਚ। ਤੇ ਓਸਮੋਸਿਸ ਅਗਲਾ ਸੈਕਿੰਡ ਪਾਰਟ ਹੈ। ਤਾਂ ਇਹਦੇ ਵਿੱਚ ਕਾਹਦੀ ਗੱਲ ਹੁੰਦੀ ਹੈ, ਕੱਲੇ ਵਾਟਰ ਤੇ ਮੰਨ ਕੇ ਚਲੋ, ਮੇਨ ਵਾਟਰ ਤੇ ਕੱਲੇ ਤੇ ਗੱਲ ਹੁੰਦੀ ਹੈ, ਠੀਕ ਹੈ, ਕੱਲੇ ਮੇਨ ਵਾਟਰ ਤੇ ਗੱਲ ਕੀਤੀ ਜਾਂਦੀ ਹੈ। ਸੈਕਿੰਡ ਕੀ ਹੈ ਇਹਦੇ ਵਿੱਚ, ਸੈਕਿੰਡ ਦੇਖੋ, ਸੈਕਿੰਡ ਪੁਆਇੰਟ ਆਪਣੇ ਕੋਲ ਆਊਗਾ ਕਿ नो एनर्जी रिक्वायर्ड, एनर्जी रिक्वायर्ड, किसी तरह की ऊर्जा की लोड़ नहीं पैंदी इहदे विच, कोई ऊर्जा नहीं लगती, ऊर्जा नहीं लगती। एक ही आटोमैटिक प्रोसैस है, किसी भी तरह की ऊर्जा इहदे विच की है नहीं लगती। हुण इह हुंदा क्यों है ते कदों तक हुंदा, जे तुहानूं पुछया जावे कि ओसमोसिस या डिफ्यूजन कदों तक हुंदा है ते क्यों हुंदा, ठीक है। तो कदों तक हुंदा है, जिन्ना चिर दोवें चीज़ां मोस्टली इक्वल ना हो जान, ठीक है। मैं तुहानूं वारी वारी इक्को गल कहंदा आ रहा ना कि जिवें किशमिश सीगा, उहने जे ज़्यादा सी तो वाटर वाल चले गया कि वाटर वध हो जे, जे वाटर ज़्यादा सी तो किशमिश वाल आ गया कि किशमिश वध हो जे, ठीक है। ये अपने आप नूं की करन दी कोशिश करदे रहिंदे आ, इक्वल, ठीक है। प्रोसैस लास्ट अप टू इक्वल प्रोसैस, मतलब की है इक्वलेंट होने ते उन्ना चिर चलदा रहू जिन्ना चिर चीज़ां इक्वल ना होणगीਆਂ, अपनी स्टेट दे विच ना आ जाणगीਆਂ। क्लीयर है। एक होर मेन पॉइंट, जे तुहानूं पुछया जावे, ठीक है, जे तुहानूं पुछया जावे कि सैल है जिहड़ा वाटर कित्थों, मतलब कह लो किस जगह किस तरह ऑब्जर्व करता है, जिहड़ा सैल वाटर किस तरह ऑब्जर्व करता है, वो आऊगा ओसमोसिस तरह, ओसमोसिस के थ्रू या ओसमोसिस क्रिया के नाल, ठीक है। क्लीयर है ना, क्योंकि इहदे विच ओसमोसिस च काहदी गल कीती जांदी है, मेन या कल्ले दी वाटर दी। क्लीयर हो गया। हुण देखो, हुण अपने कोल की आऊगा अगों, एक चीज़ याद रख लियो। हुण वैसे तो मैं लास्ट से कराऊंगा क्योंकि लास्ट वाला टॉपिक अपना, फिर भी ध्यान च रख लियो, सेम रलदा मिलदा तां कराउण लग्गिआ। इहदे विच डिफ्यूजन च की हुंदा सीगा, डिफ्यूजन दे विच भी चीज़ां अंदर बाहर आंदियां सीगीਆਂ, सैल दे ओसमोसिस दे विच वाटर जिहड़ा की है इधर चला जांदा, लो कंसनट्रेशन हाई कंसनट्रेशन, ये चीज़ां चलदियां ना। हुण दो चीज़ां हो रहीगियां अपने कोले, दो चीज़ां की है अपने कोले, वैसे ही नोट कर लियो, पर ज़्यादा दिमाग नाल लगाओ इन्हां ते मैं स्पैशल एक वीडियो बना के दूंगा। एक हैगी है एंडोसमोसिस, एंडोसमोसिस ते एक हैगी है एक्सोसमोसिस, एक्सोसमोसिस। हुण सर ये होंदी है, बस छोटी छोटी हिंट दूंगा क्योंकि ज़्यादा डीप करना तो बाद चो करांगे, स्पैशल डायग्राम बना के इन्हां ते सारी डिस्कशन करके एग्जाम्पल लैके। हुण एंडो मतलब की हुंदा, ठीक है, एंडो मतलब की हुंदा किसी चीज़ का अंदर जाना। एक्सो का मतलब की हो गया अपने को इत्थे कि किसी चीज़ का बाहर आना। हुण सैल दे अंदर वाटर जांदा है तो उन्होंने आपां की कहांगे, एंडोसमोसिस। ते जे सैल दे बाहर वाटर आउंदा है, सरफेस ते आउंदा है, तो उन्होंने की कहांगे, एक्सोसमोसिस। बस इन्ना ही याद रखना, अजे तुसीं कुछ नहीं होर पढ़ना गा, बाकी मैं दसूंगा, बेफिक्र हो जाओ, ठीक है। हुण देखो, जदों एक्सोसमोसिस कारण की हुंदा है, पौधा सैल है जिहड़ा सुंगड़ जाता है, तो सुगड़न तो बाद उस सैल नूं की कहांगे, प्लाज्मोलाइस्ट, ठीक है। ये चीज़ां बाद चों कराऊंगा तुहानूं मैं, जदों आपां एनीमल सैल पढ़न लगे दूसरे, वो करांगे बस हुणे। हुण देखो आपां की कर लिया अज, ओसमोसिस। ओसमोसिस मेन किंदा कंसैप्ट हुंदा, वाटर दा। वाटर दे विच जदों ओसमोसिस दे विच की हुंदा, सोल्यूशन, दो चीज़ां दा घोल, एक हुंदा सोल्यूट जिहड़ी चीज़ घुलदी है, ते एक हुंदा सोलवेंट जिहड़ी चीज़ घोली जांदी है। तीन टाइप्स हुंदियां ने, जां तीन कह लो कंडीशनस हुंदियां ने। एक हुंदी है हाइपरटोनिक, एक हुंदी है हाइपोटोनिक, ते एक हुंदी है आइसोटोनिक। हाइपरटोनिक च की हुंदा, सोल्यूट ज़्यादा हुंदा, इहदे च सोलवेंट ज़्यादा हुंदा, ते इहदे च की हुंदे आ, इक्वल हुंदे आ। इहदे च चीज़ की है, सुंगड़ जांदी है, इहदे च फुल जांदी है, इहदे च कोई प्रभाव नहीं पैंदा, नो चेंज। बस आ कंसैप्ट अज आपां पढ़िया, ठीक है। ज़्यादा जिन्ना मैं दस्सिया कि जदों पौधा सुंगड़ जाता, सुंगड़न तो बाद प्लाज्मोलाइज्ड कहते हैं उन्होंने, जे लिखना है प्लाज्मोलाइज्ड सैल कहते हैं, लिख सकते हो, पर वैसे लोड़ नहीं, ठीक है। हुण आपां नैक्सट की पढ़ांगे, नैक्सट लैक्चर दे विच उहदे विच पढ़ांगे सैल वॉल, ठीक है। स्पैशल कराऊंगा बहुत वधिया ढंग नाल, मोस्ट इंपोर्टेंट टॉपिक दे विचों काउंट किया जाता है भी। ओसमोसिस समझ आ गया सारिਆਂ ਨੂੰ? तो लाइक शेयर कमेंट में जरूर करके जाओ कि कंसैप्ट तुहानूं क्लीयर हो रहे हैं। जिहड़े मैं करा रहा 5 लैक्चर हो चुके हैं साइंस के हुण तक,
ਠੀਕ ਹੈ। ST ਨੰਬਰ ਲਈ ਅਪਲਾਈ ਨਹੀਂ ਕੀਤਾ ਤਾਂ ਕਰ ਦਿਓ। ਬਹੁਤ ਬਹੁਤ ਸ਼ੁਕਰੀਆ, ਆਪਣਾ ਕੀਮਤੀ ਸਮੇਂ ਦੇਣ ਲਈ ਬਹੁਤ ਬਹੁਤ ਧੰਨਵਾਦ।